ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਗੁਰੂਕੁਲ ਵਿੱਚ ਕੁਝ ਬੱਚੇ ਗੁਰੂ ਦੇ ਕੋਲ ਬੈਠ ਕੇ ਪੜ੍ਹਾਈ ਕਰ ਰਹੇ ਸੀ। ਗੁਰੂ ਜੀ ਆਪਣੇ ਸਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਪੜ੍ਹਾ ਰਹੇ ਸੀ, ਪਰ ਬਹੁਤ ਸਮਝਾਉਣ ਦੇ ਬਾਵਜੂਦ ਇੱਕ ਬੱਚੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਗੁਰੂ ਨੇ ਗੁੱਸੇ ਵਿੱਚ ਆ ਕੇ ਬੱਚੇ ਨੂੰ ਆਪਣੀ ਹਥੇਲੀ ਦਿਖਾਉਣ ਦੇ ਲਈ ਕਿਹਾ। ਬੱਚੇ ਦੇ ਹੱਥ ਨੂੰ ਦੇਖ ਕੇ ਗੁਰੂ ਜੀ ਨੇ ਬੱਚੇ ਨੂੰ ਪੜ੍ਹਾਈ ਛੱਡ ਕੇ ਆਪਣੇ ਘਰ ਜਾਣ ਵਾਸਤੇ ਕਿਹਾ, ਕਿਉਂਕਿ ਉਸ ਬੱਚੇ ਦੇ ਹੱਥ ਵਿੱਚ ਪੜ੍ਹਾਈ ਦੀ ਰੇਖਾ ਨਹੀਂ ਸੀ। ਤਾਂ ਉਦੋਂ ਹੀ ਉਸ ਬੱਚੇ ਨੇ ਆਪਣੀ ਜੇਬ ਵਿੱਚੋਂ ਇੱਕ ਛੋਟਾ ਚਾਕੂ ਕੱਢਿਆ ਤੇ ਆਪਣੇ ਹੱਥ ਉੱਤੇ ਚਾਕੂ ਦੇ ਨਾਲ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਕਿ ਹੁਣ ਤਾਂ ਮੇਰੇ ਹੱਥ ਵਿੱਚ ਪੜ੍ਹਾਈ ਦੀ ਰੇਖਾ ਹੈ ਗੁਰੂ ਜੀ, ਕੀ ਹੁਣ ਮੈਂ ਪੜ੍ਹ ਸਕਦਾ ਹਾਂ? ਤਾਂ ਗੁਰੂ ਜੀ ਨੇ ਬੱਚੇ ਦੇ ਹੌਸਲੇ ਨੂੰ ਦੇਖ ਕੇ ਕਿਹਾ ਕਿ ਤੈਨੂੰ ਦੁਨੀਆ ਦੀ ਕੋਈ ਵੀ ਤਾਕਤ ਪੜ੍ਹਾਈ ਕਰਨ ਤੋਂ ਨਹੀਂ ਰੋਕ ਸਕਦੀ। ਇਹ ਬੱਚਾ ਅੱਗੇ ਜਾ ਕੇ ਬਹੁਤ ਵੱਡਾ ਲੇਖਕ ਬਣਿਆ, ਜਿਸ ਨੇ ਬਹੁਤ ਸਾਰੀਆਂ ਸੰਸਕ੍ਰਿਤ ਵਿਆਕਰਣ ਦੀਆਂ ਕਿਤਾਬਾਂ ਲਿਖੀਆਂ, ਦੁਨੀਆ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ। ਤਾਂ ਦੋਸਤੋ, ਤੁਸੀਂ ਵੀ ਜੇਕਰ ਆਪਣੀ ਲਾਈਫ ਵਿੱਚ ਕੁਝ ਅਚੀਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਇਸ ਬੱਚੇ ਦੀ ਤਰ੍ਹਾਂ ਨਿਡਰ ਬਣਨਾ ਹੋਵੇਗਾ। ਇਸ ਬੱਚੇ ਦੀ ਤਰ੍ਹਾਂ ਆਪਣੇ ਇਰਾਦਿਆਂ ਨੂੰ ਪੱਕਾ ਰੱਖਣਾ ਹੋਵੇਗਾ, ਫਿਰ ਚਾਹੇ ਦੁਨੀਆ ਤੁਹਾਨੂੰ ਕੁਝ ਵੀ ਕਹੇ। ਅਗਲੀ ਕਹਾਣੀ। ਇੱਕ ਗੁਰੂਕੁਲ ਵਿੱਚ ਰੋਜ਼ਾਨਾ ਮੈਡੀਟੇਸ਼ਨ ਕਰਨ ਦਾ ਨਿਯਮ ਸੀ ਤੇ ਮੈਡੀਟੇਸ਼ਨ ਕਰਨ ਤੋਂ ਬਾਅਦ ਆਪਣਾ ਅਨੁਭਵ ਸਾਰਿਆਂ ਨੇ ਗੁਰੂ ਨੂੰ ਦੱਸਣਾ ਹੁੰਦਾ ਸੀ। ਪਰ ਇੱਕ ਨਵੇਂ ਲੜਕੇ ਨੂੰ ਮੈਡੀਟੇਸ਼ਨ ਕਰਨ ਵਿੱਚ ਬਹੁਤ ਪਰੇਸ਼ਾਨੀ ਹੋ ਰਹੀ ਸੀ। ਉਹ ਮੈਡੀਟੇਸ਼ਨ ਵਿੱਚ ਫੋਕਸ ਨਹੀਂ ਕਰ ਪਾ ਰਿਹਾ ਸੀ, ਜਿਸ ਦੇ ਕਾਰਨ ਉਹ ਬਹੁਤ ਗੁੱਸੇ ਵਿੱਚ ਸੀ। ਤਾਂ ਉਸਦੇ ਗੁਰੂ ਨੇ ਉਸ ਨੂੰ ਪੁੱਛਿਆ ਕਿ ਤੈਨੂੰ ਐਗਜ਼ੈਕਟਲੀ ਕਿਸ ਚੀਜ਼ ਉੱਤੇ ਗੁੱਸਾ ਆਉਂਦਾ ਹੈ? ਤਾਂ ਉਸ ਲੜਕੇ ਨੇ ਕਿਹਾ ਕਿ ਜਦੋਂ ਮੈਂ ਮੈਡੀਟੇਸ਼ਨ ਕਰਦਾ ਹਾਂ ਤਾਂ ਕਦੇ ਕੋਈ ਗੱਲਾਂ ਕਰਦਾ ਆ ਜਾਂਦਾ ਹੈ, ਕਦੇ ਬਿੱਲੀ, ਕੁੱਤੇ, ਕਦੇ ਜਾਨਵਰ ਆਦਿ ਰੌਲਾ ਪਾਉਣ ਲੱਗ ਜਾਂਦੇ ਹਨ। ਤਾਂ ਗੁਰੂ ਜੀ ਨੇ ਉਸ ਲੜਕੇ ਨੂੰ ਕਿਹਾ ਕਿ ਤੈਨੂੰ ਤੇਰੇ ਆਸੇ-ਪਾਸੇ ਦੀ ਹਰੇਕ ਚੀਜ਼ ਉੱਤੇ ਗੁੱਸਾ ਆਉਂਦਾ ਹੈ, ਜਦੋਂ ਕਿ ਮੈਡੀਟੇਸ਼ਨ ਦਾ ਅਸਲੀ ਮਕਸਦ ਹੀ ਗੁੱਸੇ ਨੂੰ ਅਵੋਇਡ ਕਰਨਾ ਹੁੰਦਾ ਹੈ। ਤੈਨੂੰ ਕੋਈ ਐਸਾ ਤਰੀਕਾ ਲੱਭਣਾ ਹੋਵੇਗਾ ਜਿਸ ਦੇ ਨਾਲ ਤੂੰ ਆਪਣੇ ਆਸੇ-ਪਾਸੇ ਦੇ ਲੋਕਾਂ ਤੇ ਚੀਜ਼ਾਂ ਤੋਂ ਬਿਨਾਂ ਡਿਸਟਰਬ ਹੋਏ ਮੈਡੀਟੇਸ਼ਨ ਕਰ ਪਾਵੇਂ। ਤਾਂ ਫਿਰ ਉਹ ਲੜਕਾ ਗੁਰੂਕੁਲ ਵਿੱਚੋਂ ਬਾਹਰ ਆਇਆ ਤੇ ਇੱਕ ਪੀਸਫੁਲ ਜਗ੍ਹਾ ਲੱਭਣ ਦੇ ਲਈ ਚੱਲ ਪਿਆ। ਉਸ ਨੂੰ ਇੱਕ ਬਹੁਤ ਸ਼ਾਂਤ ਨਦੀ ਦਾ ਕਿਨਾਰਾ ਦਿਸਿਆ। ਉਸਨੇ ਉੱਥੇ ਹੀ ਆਪਣੀ ਚਾਦਰ ਵਿਛਾਈ ਤੇ ਮੈਡੀਟੇਸ਼ਨ ਕਰਨ ਲੱਗਾ। ਤਾਂ ਜਿਵੇਂ ਹੀ ਉਸਨੇ ਆਪਣੀਆਂ ਅੱਖਾਂ ਬੰਦ ਕੀਤੀਆਂ, ਉਸ ਨੂੰ ਹਵਾ ਦੇ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੂੰ ਉਸ ਉੱਤੇ ਗੁੱਸਾ ਆਉਣ ਲੱਗਾ ਤੇ ਫਿਰ ਦਰਖਤਾਂ ਦੇ ਪੱਤਿਆਂ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੂੰ ਉਹਨਾਂ ਉੱਤੇ ਵੀ ਗੁੱਸਾ ਆਉਣ ਲੱਗਾ ਤੇ ਫਿਰ ਪੰਛੀਆਂ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੂੰ ਉਹਨਾਂ ਉੱਤੇ ਵੀ ਗੁੱਸਾ ਆਉਣ ਲੱਗਾ। ਉਸਨੇ ਸੋਚਿਆ ਕਿ ਨਦੀ ਦੇ ਕਿਨਾਰੇ ਤੇ ਬਹੁਤ ਡਿਸਟਰਬੈਂਸ ਹੈ, ਕਿਉਂ ਨਾ ਨਦੀ ਦੇ ਵਿਚਕਾਰ ਜਾ ਕੇ ਮੈਡੀਟੇਸ਼ਨ ਕੀਤਾ ਜਾਵੇ। ਤਾਂ ਉਹ ਇੱਕ ਕਿਸ਼ਤੀ ਵਿੱਚ ਬੈਠ ਕੇ ਨਦੀ ਦੇ ਵਿਚਕਾਰ ਚਲਾ ਗਿਆ ਤੇ ਉੱਥੇ ਬੈਠ ਕੇ ਮੈਡੀਟੇਸ਼ਨ ਕਰਨ ਲੱਗਾ। ਨਦੀ ਦੇ ਵਿਚਕਾਰ ਮੈਡੀਟੇਸ਼ਨ ਕਰਦੇ ਸਮੇਂ ਉਸ ਲੜਕੇ ਨੂੰ ਚੰਗਾ ਮਹਿਸੂਸ ਹੋ ਰਿਹਾ ਸੀ ਤੇ ਫਿਰ ਉਹ ਰੋਜ਼ਾਨਾ ਨਦੀ ਦੇ ਵਿਚਕਾਰ ਕਿਸ਼ਤੀ ਤੇ ਬੈਠ ਕੇ ਮੈਡੀਟੇਸ਼ਨ ਕਰਨ ਲੱਗਾ ਤੇ ਹੁਣ ਉਹ ਖੁਸ਼ ਵੀ ਸੀ ਤੇ ਉਸ ਨੂੰ ਕੋਈ ਵੀ ਡਿਸਟਰਬ ਵੀ ਨਹੀਂ ਕਰ ਰਿਹਾ ਸੀ ਤੇ ਉਹ ਹੁਣ ਮੈਡੀਟੇਸ਼ਨ ਵੀ ਕਰ ਪਾ ਰਿਹਾ ਸੀ। ਇੱਕ ਦਿਨ ਨਦੀ ਵਿੱਚ ਮੈਡੀਟੇਸ਼ਨ ਕਰਦੇ ਸਮੇਂ ਉਸ ਨੂੰ ਪਾਣੀ ਦੀਆਂ ਛੱਲਾਂ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਇੱਕ ਵੱਡੀ ਕਿਸ਼ਤੀ ਉਸ ਦੇ ਵੱਲ ਆ ਰਹੀ ਹੈ। ਤਾਂ ਉਹ ਗੁੱਸੇ ਵਿੱਚ ਆ ਗਿਆ ਤੇ ਚਿਲਾਉਂਦਾ ਹੋਇਆ ਬੋਲਿਆ ਕਿ ਆਪਣੀ ਕਿਸ਼ਤੀ ਨੂੰ ਇੱਥੇ ਨਾ ਲੈ ਕੇ ਆ, ਇਸ ਨੂੰ ਕਿਸੇ ਹੋਰ ਪਾਸੇ ਲੈ ਜਾ। ਪਰ ਉਸ ਕਿਸ਼ਤੀ ਨੇ ਉਸ ਲੜਕੇ ਦੀ ਕਿਸ਼ਤੀ ਨੂੰ ਟੱਕਰ ਮਾਰ ਦਿੱਤੀ। ਤਾਂ ਉਸ ਨੂੰ ਬਹੁਤ ਗੁੱਸਾ ਆਉਣ ਲੱਗਾ, ਪਰ ਜਦੋਂ ਉਸਨੇ ਉਸ ਕਿਸ਼ਤੀ ਦੇ ਵਿੱਚ ਦੇਖਿਆ ਤਾਂ ਉਸ ਦੇ ਵਿੱਚ ਕੋਈ ਵੀ ਨਹੀਂ ਸੀ। ਸ਼ਾਇਦ ਕੋਈ ਆਦਮੀ ਉਸ ਕਿਸ਼ਤੀ ਨੂੰ ਕਿਨਾਰੇ ਤੇ ਬੰਨ੍ਹਣਾ ਭੁੱਲ ਗਿਆ ਤੇ ਤੇਜ਼ ਹਵਾ ਦੇ ਨਾਲ ਪਾਣੀ ਦੇ ਵਹਾਅ ਦੇ ਕਾਰਨ ਉਹ ਕਿਸ਼ਤੀ ਉਸ ਲੜਕੇ ਦੀ ਕਿਸ਼ਤੀ ਦੇ ਵਿੱਚ ਆ ਟਕਰਾਈ ਸੀ। ਤਾਂ ਉਸ ਲੜਕੇ ਨੂੰ ਆਪਣੇ ਗੁਰੂ ਦਾ ਸਵਾਲ ਫਿਰ ਤੋਂ ਯਾਦ ਆਇਆ ਕਿ ਤੈਨੂੰ ਐਗਜ਼ੈਕਟਲੀ ਗੁੱਸਾ ਕਿੰਨਾਂ ਚੀਜ਼ਾਂ ਉੱਤੇ ਆਉਂਦਾ ਹੈ? ਤਾਂ ਲੜਕਾ ਸਮਝ ਗਿਆ ਕਿ ਅਸਲ ਵਿੱਚ ਉਸ ਨੂੰ ਗੁੱਸਾ ਦੂਜੇ ਲੋਕਾਂ ਜਾਂ ਚੀਜ਼ਾਂ ਦੇ ਕਾਰਨ ਨਹੀਂ ਆ ਰਿਹਾ ਸੀ, ਬਲਕਿ ਖੁਦ ਦੇ ਰਿਐਕਸ਼ਨ ਦੇ ਕਾਰਨ ਆ ਰਿਹਾ ਸੀ। ਫਿਰ ਉਸ ਲੜਕੇ ਨੇ ਫਿਰ ਤੋਂ ਗੁਰੂਕੁਲ ਦੇ ਵਿੱਚ ਮੈਡੀਟੇਸ਼ਨ ਕਰਨਾ ਸ਼ੁਰੂ ਕੀਤਾ, ਜਿੱਥੇ ਪਹਿਲਾਂ ਦੀ ਤਰ੍ਹਾਂ ਡਿਸਟਰਬੈਂਸ ਸੀ, ਪਰ ਹੁਣ ਉਸਨੇ ਉਸ ਸ਼ੋਰ ਨੂੰ ਉਸ ਖਾਲੀ ਕਿਸ਼ਤੀ ਦੀ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੱਤਾ ਸੀ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬਿਨਾਂ ਤੁਹਾਡੀ ਮਰਜ਼ੀ ਦੇ ਕੋਈ ਇਨਸਾਨ ਜਾਂ ਕੋਈ ਚੀਜ਼ ਤੁਹਾਨੂੰ ਗੁੱਸਾ ਨਹੀਂ ਦਿਵਾ ਸਕਦੀ, ਤੇ ਜੇਕਰ ਤੁਹਾਨੂੰ ਕਿਸੇ ਚੀਜ਼ ਉੱਤੇ ਗੁੱਸਾ ਆਉਂਦਾ ਵੀ ਹੈ ਤਾਂ ਤੁਸੀਂ ਉਸ ਨੂੰ ਇੱਕ ਖਾਲੀ ਕਿਸ਼ਤੀ ਦੀ ਤਰ੍ਹਾਂ ਸਮਝੋ। ਅਗਲੀ ਕਹਾਣੀ। ਇੱਕ ਵਾਰ ਇੱਕ ਆਦਮੀ ਨੇ ਕੈਂਪ ਵਿੱਚ ਬਹੁਤ ਸਾਰੇ ਹਾਥੀਆਂ ਨੂੰ ਇੱਕ ਛੋਟੀ ਜਿਹੀ ਰੱਸੀ ਦੇ ਨਾਲ ਬੰਨ੍ਹੇ ਹੋਏ ਦੇਖਿਆ। ਉਹ ਰੱਸੀ ਬਹੁਤ ਕਮਜ਼ੋਰ ਸੀ, ਫਿਰ ਵੀ ਹਾਥੀ ਉਸ ਰੱਸੀ ਨੂੰ ਤੋੜ ਕੇ ਭੱਜਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸੀ। ਤਾਂ ਕੈਂਪ ਦੇ ਮਾਸਟਰ ਨੇ ਦੱਸਿਆ ਕਿ ਉਸਨੇ ਉਹਨਾਂ ਹਾਥੀਆਂ ਨੂੰ ਬਚਪਨ ਤੋਂ ਹੀ ਉਸ ਛੋਟੀ ਜਿਹੀ ਰੱਸੀ ਦੇ ਨਾਲ ਬੰਨ੍ਹ ਰੱਖਿਆ ਹੈ। ਬਚਪਨ ਵਿੱਚ ਹਾਥੀਆਂ ਦੇ ਲਈ ਇਸ ਛੋਟੀ ਜਿਹੀ ਰੱਸੀ ਨੂੰ ਤੋੜਨਾ ਵੀ ਬਹੁਤ ਮੁਸ਼ਕਲ ਸੀ ਤੇ ਵੱਡੇ ਹੁੰਦੇ ਹੁੰਦੇ ਇਹਨਾਂ ਹਾਥੀਆਂ ਨੇ ਇਹ ਕਬੂਲ ਕਰ ਲਿਆ ਕਿ ਉਹ ਇਸ ਰੱਸੀ ਨੂੰ ਕਦੇ ਵੀ ਤੋੜ ਨਹੀਂ ਪਾਉਣਗੇ। ਇਸ ਲਈ ਉਹਨਾਂ ਹਾਥੀਆਂ ਨੇ ਇਸ ਰੱਸੀ ਨੂੰ ਤੋੜਨ ਦੀ ਕੋਸ਼ਿਸ਼ ਕਰਨਾ ਹੀ ਬੰਦ ਕਰ ਦਿੱਤਾ। ਤੇ ਇਸੇ ਤਰ੍ਹਾਂ ਹੀ ਇਨਸਾਨ ਵੀ ਆਪਣੀ ਜ਼ਿੰਦਗੀ ਦੇ ਕੁਝ ਫੇਲੀਅਰ ਦੇ ਬਾਅਦ ਇਹ ਕਬੂਲ ਕਰ ਲੈਂਦਾ ਹੈ ਕਿ ਉਹ ਕਦੇ ਵੀ ਜਿੱਤ ਨਹੀਂ ਪਾਵੇਗਾ, ਜਾਂ ਪਹਿਲਾਂ ਕਿਤੇ ਉਹਨਾਂ ਨੇ ਇਹ ਦੇਖਿਆ ਹੁੰਦਾ ਹੈ ਕਿ ਕਿਸੇ ਆਦਮੀ ਨੂੰ ਕਿਸੇ ਬਿਜ਼ਨਸ ਦੇ ਵਿੱਚੋਂ ਨੁਕਸਾਨ ਹੋਇਆ ਹੁੰਦਾ ਹੈ ਤਾਂ ਉਹ ਵੀ ਇਹ ਸੋਚ ਲੈਂਦੇ ਹਨ ਕਿ ਉਹ ਵੀ ਇਸ ਨੂੰ ਕਰ ਨਹੀਂ ਪਾਉਣਗੇ। ਪਰ ਦੋਸਤੋ, ਤੁਹਾਨੂੰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ
ਕਿ ਜੇਕਰ ਕੋਈ ਪੱਥਰ ਹਥੌੜੇ ਦੇ 100ਵੇਂ ਵਾਰ ਦੇ ਨਾਲ ਟੁੱਟਦਾ ਹੈ ਤਾਂ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਪਹਿਲੇ ਵਾਰ ਬੇਕਾਰ ਸਨ। ਤੁਹਾਨੂੰ ਤੁਹਾਡੇ ਗੋਲ ਤੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਇੱਕ ਦਿਨ ਤੁਸੀਂ ਇੰਨੇ ਕਾਬਿਲ ਜ਼ਰੂਰ ਬਣ ਜਾਓਗੇ ਕਿ ਆਪਣੇ ਗੋਲ ਨੂੰ ਹਾਸਲ ਕਰ ਸਕੋਗੇ। ਅਗਲੀ ਕਹਾਣੀ। ਇੱਕ ਵਾਰ ਇੱਕ ਰਾਜੇ ਨੇ ਆਪਣੇ ਰਾਜ ਦੇ ਇੱਕ ਰਸਤੇ ਵਿੱਚ ਇੱਕ ਬਹੁਤ ਵੱਡਾ ਪੱਥਰ ਰਖਵਾ ਦਿੱਤਾ ਤੇ ਖੁਦ ਛੁਪ ਕੇ ਉਸ ਰਸਤੇ ਉੱਤੇ ਨਜ਼ਰ ਰੱਖਣ ਲੱਗਾ। ਰਾਜਾ ਦੇਖਣਾ ਚਾਹੁੰਦਾ ਸੀ ਕਿ ਕੌਣ ਉਸ ਪੱਥਰ ਨੂੰ ਹਟਾਵੇਗਾ। ਉਸ ਰਸਤੇ ਉੱਤੋਂ ਬਹੁਤ ਸਾਰੇ ਲੋਕ ਗੁਜ਼ਰੇ ਪਰ ਕਿਸੇ ਨੇ ਵੀ ਉਸ ਪੱਥਰ ਨੂੰ ਹਟਾਇਆ ਨਹੀਂ, ਬਲਕਿ ਕੁਝ ਲੋਕਾਂ ਨੇ ਰਸਤਾ ਸਾਫ਼ ਨਾ ਹੋਣ ਕਰਕੇ ਰਾਜੇ ਨੂੰ ਦੋਸ਼ ਦਿੱਤਾ ਤੇ ਕਈਆਂ ਲੋਕਾਂ ਨੇ ਰਸਤਾ ਹੀ ਬਦਲ ਲਿਆ। ਤੇ ਫਿਰ ਉਦੋਂ ਹੀ ਇੱਕ ਆਦਮੀ ਸਬਜ਼ੀ ਦਾ ਟਾਂਗਾ ਲੈ ਕੇ ਉਸ ਰਸਤੇ ਉੱਤੇ ਆਇਆ। ਉਸ ਆਦਮੀ ਨੇ ਬੜੀ ਹੀ ਮਿਹਨਤ ਦੇ ਬਾਅਦ ਉਸ ਪੱਥਰ ਨੂੰ ਹਟਾ ਦਿੱਤਾ। ਪੱਥਰ ਦੇ ਹੇਠਾਂ ਇੱਕ ਲਿਫਾਫੇ ਵਿੱਚ ਸੋਨੇ ਦੇ ਸਿੱਕੇ ਤੇ ਇੱਕ ਚਿੱਠੀ ਰੱਖੀ ਹੋਈ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਇਨਾਮ ਰਾਜੇ ਵੱਲੋਂ ਪੱਥਰ ਹਟਾਉਣ ਵਾਲੇ ਵਾਸਤੇ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਡੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਸਾਨੂੰ ਹੋਰ ਬਿਹਤਰ ਕਰਨ ਤੇ ਹੋਰ ਬਿਹਤਰ ਬਣਨ ਦੀ ਓਪਰਚੁਨਿਟੀ ਵੀ ਲੈ ਕੇ ਆਉਂਦੀਆਂ ਹਨ ਤੇ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਮੌਕੇ ਦਾ ਕਿਸ ਤਰ੍ਹਾਂ ਫਾਇਦਾ ਉਠਾਉਣਾ ਹੈ। ਅਗਲੀ ਕਹਾਣੀ। ਇੱਕ ਲੜਕੀ ਅੰਨ੍ਹੀ ਹੋਣ ਦੇ ਕਾਰਨ ਖੁਦ ਦੇ ਨਾਲ ਬਹੁਤ ਨਫ਼ਰਤ ਕਰਦੀ ਸੀ। ਉਸ ਨੂੰ ਪੂਰੀ ਦੁਨੀਆ ਵਿੱਚ ਸਿਰਫ ਆਪਣੇ ਬॉयਫ੍ਰੈਂਡ ਦੇ ਨਾਲ ਹੀ ਪਿਆਰ ਸੀ। ਉਹ ਅਕਸਰ ਹੀ ਆਪਣੇ ਬॉयਫ੍ਰੈਂਡ ਨੂੰ ਕਹਿੰਦੀ ਸੀ ਕਿ ਜੇਕਰ ਮੈਂ ਦੇਖ ਪਾਉਂਦੀ ਤਾਂ ਤੁਰੰਤ ਹੀ ਤੇਰੇ ਨਾਲ ਵਿਆਹ ਕਰ ਲੈਂਦੀ। ਤੇ ਇੱਕ ਦਿਨ ਉਸ ਲੜਕੀ ਨੂੰ ਕਿਸੇ ਨੇ ਅੱਖਾਂ ਡੋਨੇਟ ਕਰ ਦਿੱਤੀਆਂ ਜਿਸ ਦੇ ਬਾਅਦ ਉਹ ਸਾਰੀ ਦੁਨੀਆ ਨੂੰ ਦੇਖ ਸਕਦੀ ਸੀ। ਤੇ ਫਿਰ ਉਸ ਦੇ ਬॉयਫ੍ਰੈਂਡ ਨੇ ਉਸ ਦੇ ਕੋਲੋਂ ਪੁੱਛਿਆ ਕਿ ਤੂੰ ਹੁਣ ਤਾਂ ਦੇਖ ਸਕਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰੇਂਗੀ। ਤਾਂ ਉਸ ਲੜਕੀ ਨੇ ਆਪਣੇ ਬॉयਫ੍ਰੈਂਡ ਨੂੰ ਦੇਖਿਆ ਤਾਂ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਸ ਦਾ ਬॉयਫ੍ਰੈਂਡ ਵੀ ਅੰਨ੍ਹਾ ਸੀ ਤੇ ਲੜਕੀ ਨੇ ਉਸ ਦੇ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ, ਜਿਸ ਦੇ ਕਾਰਨ ਲੜਕਾ ਬਹੁਤ ਦੁਖੀ ਹੋਇਆ ਤੇ ਉਸਨੇ ਦੁਖੀ ਮਨ ਦੇ ਨਾਲ ਉਸ ਨੂੰ ਕਿਹਾ ਕਿ ਮੇਰੀਆਂ ਅੱਖਾਂ ਦਾ ਧਿਆਨ ਰੱਖੀ ਤੇ ਫਿਰ ਉੱਥੋਂ ਚਲਾ ਗਿਆ। ਦੋਸਤੋ, ਜਿਵੇਂ ਜਿਵੇਂ ਇਨਸਾਨ ਦੇ ਹਾਲਾਤ ਬਦਲਦੇ ਹਨ ਉਵੇਂ ਉਵੇਂ ਇਨਸਾਨ ਦੀ ਸੋਚ ਵੀ ਬਦਲ ਜਾਂਦੀ ਹੈ। ਜਿਨ੍ਹਾਂ ਲੋਕਾਂ ਨੇ ਬੁਰੇ ਵਕਤ ਵਿੱਚ ਉਹਨਾਂ ਦਾ ਸਾਥ ਦਿੱਤਾ ਹੁੰਦਾ ਹੈ ਕਈ ਲੋਕ ਉਹਨਾਂ ਨੂੰ ਵੀ ਭੁੱਲ ਜਾਂਦੇ ਹਨ, ਬਲਕਿ ਕਈ ਵਾਰ ਤਾਂ ਆਪਣੀ ਜ਼ਿੰਦਗੀ ਨੂੰ ਦੂਜਿਆਂ ਦੇ ਨਾਮ ਕਰਨ 'ਤੇ ਵੀ ਲੋਕਾਂ ਵੱਲੋਂ ਵਫਾ ਨਹੀਂ ਮਿਲਦੀ। ਤਾਂ ਦੋਸਤੋ, ਜੋ ਲੋਕ ਤੁਹਾਡਾ ਹਮੇਸ਼ਾ ਸਾਥ ਦਿੰਦੇ ਹਨ ਉਹਨਾਂ ਦੀ ਕਦਰ ਕਰਨੀ ਸਿੱਖੋ, ਉਹਨਾਂ ਨੂੰ ਪਿਆਰ ਕਰਨਾ ਸਿੱਖੋ ਕਿਉਂਕਿ ਹਰ ਕਿਸੇ ਨੂੰ ਪਰਵਾਹ ਕਰਨ ਵਾਲੇ ਲੋਕ ਨਹੀਂ ਮਿਲਦੇ। ਤੁਹਾਡੇ ਹਾਲਾਤ ਜਿੰਨੇ ਚੰਗੇ ਤੇ ਬਿਹਤਰ ਹੁੰਦੇ ਚਲੇ ਜਾਂਦੇ ਹਨ ਤੁਹਾਨੂੰ ਓਨਾ ਹੀ ਦਿਆਲੂ ਬਣਨਾ ਚਾਹੀਦਾ ਹੈ। ਅਗਲੀ ਕਹਾਣੀ। ਇੱਕ ਸਪੀਕਰ ਨੇ ਸਪੀਚ ਦੇ ਵਿੱਚੋਂ ਲੋਕਾਂ ਨੂੰ 2000 ਦਾ ਨੋਟ ਦਿਖਾਉਂਦੇ ਹੋਏ ਪੁੱਛਿਆ ਕਿ ਇਹ ਨੋਟ ਕਿਸ ਕਿਸ ਨੂੰ ਚਾਹੀਦਾ ਹੈ। ਸਾਰੇ ਲੋਕਾਂ ਨੇ ਆਪਣੇ ਹੱਥ ਉੱਪਰ ਉਠਾ ਦਿੱਤੇ। ਸਪੀਕਰ ਨੇ ਨੋਟ ਨੂੰ ਬੁਰੀ ਤਰ੍ਹਾਂ ਮਰੋੜ ਤਰੋੜ ਦਿੱਤਾ ਤੇ ਫਿਰ ਪੁੱਛਿਆ ਕਿ ਹੁਣ ਇਹ ਨੋਟ ਕਿਸ ਕਿਸ ਨੂੰ ਚਾਹੀਦਾ ਹੈ ਤਾਂ ਸਾਰੇ ਲੋਕਾਂ ਨੇ ਫਿਰ ਤੋਂ ਆਪਣੇ ਹੱਥ ਉੱਪਰ ਉਠਾ ਦਿੱਤੇ। ਇਸ ਵਾਰ ਸਪੀਕਰ ਨੇ ਨੋਟ ਨੂੰ ਬੁਰੀ ਤਰ੍ਹਾਂ ਪੈਰਾਂ ਦੇ ਨਾਲ ਕੁਚਲ ਦਿੱਤਾ ਤੇ ਲੋਕਾਂ ਨੂੰ ਪੁੱਛਿਆ ਕਿ ਹੁਣ ਇਹ ਨੋਟ ਕਿਸ ਕਿਸ ਨੂੰ ਚਾਹੀਦਾ ਹੈ ਤਾਂ ਸਾਰਿਆਂ ਲੋਕਾਂ ਨੇ ਫਿਰ ਤੋਂ ਆਪਣੇ ਹੱਥ ਉੱਪਰ ਉਠਾ ਦਿੱਤੇ। ਤਾਂ ਦੋਸਤੋ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪੈਸਿਆਂ ਦੀ ਵੈਲਿਊ ਕਦੇ ਵੀ ਘੱਟ ਨਹੀਂ ਹੁੰਦੀ, ਫਿਰ ਚਾਹੇ ਉਹ ਕਿੰਨੇ ਵੀ ਗੰਦੇ ਕਿਉਂ ਨਾ ਹੋ ਜਾਣ। 2000 ਦਾ ਨੋਟ ਪੈਰਾਂ ਨਾਲ ਕੁਚਲੇ ਜਾਣ 'ਤੇ ਵੀ 2000 ਦਾ ਹੀ ਰਿਹਾ। ਇਸੇ ਤਰ੍ਹਾਂ ਹੀ ਇਨਸਾਨ ਦੀ ਜ਼ਿੰਦਗੀ ਵੀ ਹੈ। ਬਹੁਤ ਵਾਰ ਅਸੀਂ ਗਿਰਦੇ ਹਾਂ, ਲੋਕ ਸਾਨੂੰ ਗਿਰਾਉਣ, ਦਬਾਉਣ ਜਾਂ ਗੰਦਾ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ, ਪਰ ਇਸ ਦੇ ਬਾਵਜੂਦ ਵੀ ਤੁਹਾਨੂੰ ਆਪਣੀ ਵੈਲਿਊ ਖੋਣ ਦੀ ਜ਼ਰੂਰਤ ਨਹੀਂ ਹੈ ਤੇ ਤੁਹਾਡੀ ਵੈਲਿਊ ਹਮੇਸ਼ਾ ਵੈਸੀ ਹੀ ਰਹੇਗੀ ਜੈਸੀ ਤੁਸੀਂ ਬਣਾਉਣਾ ਚਾਹੁੰਦੇ ਹੋ। ਜੇਕਰ ਤੁਸੀਂ ਖੁਦ ਆਪਣੇ ਆਪ ਨੂੰ ਬੇਕਾਰ ਸਮਝੋਗੇ ਤਾਂ ਬੇਕਾਰ ਹੀ ਰਹਿ ਜਾਵੋਗੇ। ਜੇਕਰ ਤੁਸੀਂ ਖੁਦ ਆਪਣੀ ਵੈਲਿਊ ਬਣਾਓਗੇ ਤਾਂ ਦੁਨੀਆ ਵੀ ਤੁਹਾਡੀ ਕਦਰ ਕਰੇਗੀ। ਇਸ ਲਈ ਆਪਣੀ ਵੈਲਿਊ ਬਣਾਉਣਾ ਸਿੱਖੋ। ਅਗਲੀ ਕਹਾਣੀ। ਇੱਕ ਵਾਰ ਇੱਕ ਆਦਮੀ ਆਂਡੇ ਵਿੱਚੋਂ ਤਿਤਲੀ ਨੂੰ ਨਿਕਲਦੇ ਹੋਏ ਦੇਖ ਰਿਹਾ ਸੀ। ਤਿਤਲੀ ਆਂਡੇ ਵਿੱਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ ਪਰ ਨਿਕਲ ਨਹੀਂ ਪਾ ਰਹੀ ਸੀ। ਥੋੜੇ ਸਮੇਂ ਬਾਅਦ ਉਸ ਆਦਮੀ ਨੇ ਆਂਡੇ ਨੂੰ ਤੋੜ ਦਿੱਤਾ ਤੇ ਤਿਤਲੀ ਆਸਾਨੀ ਦੇ ਨਾਲ ਬਾਹਰ ਨਿਕਲ ਆਈ। ਹੁਣ ਤਿਤਲੀ ਬਾਹਰ ਤਾਂ ਨਿਕਲ ਆਈ ਸੀ ਪਰ ਉਸ ਦੀ ਬਾਡੀ ਸੁੱਜੀ ਹੋਈ ਸੀ ਤੇ ਪੰਖ ਸੁੰਗੜੇ ਹੋਏ ਸੀ। ਆਦਮੀ ਨੇ ਤਿਤਲੀ ਦੀ ਮਦਦ ਕਰਨ ਵਾਸਤੇ ਆਂਡੇ ਨੂੰ ਤੋੜਿਆ ਸੀ ਪਰ ਐਸਾ ਕਰਨਾ ਤਿਤਲੀ ਦੇ ਲਈ ਨੁਕਸਾਨਦਾਇਕ ਸਾਬਤ ਹੋਇਆ। ਆਂਡੇ 'ਚੋਂ ਨਿਕਲਣ ਦੇ ਲਈ ਤਿਤਲੀ ਜਿੰਨੀ ਜ਼ਿਆਦਾ ਸਟਰਗਲ ਕਰਦੀ ਉਸ ਦੀ ਬਾਡੀ ਦੇ ਲਈ ਓਨਾ ਹੀ ਚੰਗਾ ਹੁੰਦਾ ਤੇ ਪੰਖ ਵੀ ਓਨੇ ਜ਼ਿਆਦਾ ਮਜ਼ਬੂਤ ਤੇ ਵੱਡੇ ਹੁੰਦੇ। ਠੀਕ ਇਸੇ ਤਰ੍ਹਾਂ ਹੀ ਇਨਸਾਨ ਦੀ ਜ਼ਿੰਦਗੀ ਵੀ ਹੈ। ਤੁਸੀਂ ਜਿੰਨੀ ਜ਼ਿਆਦਾ ਸਟਰਗਲ ਕਰਦੇ ਹੋ ਓਨਾ ਹੀ ਜ਼ਿਆਦਾ ਕਾਮਯਾਬ ਹੁੰਦੇ ਹੋ ਤੇ ਮਜ਼ਬੂਤ ਬਣਦੇ ਹੋ। ਤੇ ਜੇਕਰ ਤੁਸੀਂ ਇਹ ਸੋਚੋਗੇ ਕਿ ਮੈਨੂੰ ਬਿਨਾਂ ਮਿਹਨਤ ਤੇ ਕੋਸ਼ਿਸ਼ ਦੇ ਹੀ ਸਭ ਕੁਝ ਮਿਲ ਜਾਵੇ ਤਾਂ ਤੁਸੀਂ ਕਦੇ ਵੀ ਉਸ ਕਾਮਯਾਬੀ ਨੂੰ ਸੰਭਾਲ ਨਹੀਂ ਪਾਵੋਗੇ। ਜਿਵੇਂ ਕਿ ਇੱਕ ਚਿੜੀਆ ਘਰ ਦਾ ਸ਼ੇਰ ਜਿਸ ਨੂੰ ਖਾਣਾ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਤੇ ਜੇਕਰ ਤੁਸੀਂ ਹੁਣ ਉਸ ਨੂੰ ਜੰਗਲ ਦੇ ਵਿੱਚ ਛੱਡੋਗੇ ਤਾਂ ਉਸ ਨੂੰ ਦੂਜੇ ਜੰਗਲੀ ਜਾਨਵਰ ਮਾਰ ਦੇਣਗੇ ਕਿਉਂਕਿ ਉਸਨੇ ਕਦੇ ਲੜਨਾ ਸਿੱਖਿਆ ਹੀ ਨਹੀਂ, ਕਿਉਂਕਿ ਉਹ ਉਸ ਪ੍ਰੋਸੈਸ ਦੇ ਥਰੂ ਗਿਆ ਹੀ ਨਹੀਂ, ਕਿਉਂਕਿ ਉਸ ਨੂੰ ਤਾਂ ਸਭ ਕੁਝ ਆਸਾਨੀ ਦੇ ਨਾਲ ਮਿਲ ਗਿਆ ਸੀ। ਅਗਲੀ ਕਹਾਣੀ। ਇੱਕ ਲੜਕੇ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ ਤਾਂ ਲੜਕੇ ਦੇ ਪਿਤਾ ਨੇ ਉਸ ਨੂੰ ਹਰ ਵਾਰੀ ਗੁੱਸਾ ਆਉਣ 'ਤੇ ਇੱਕ ਲੱਕੜ ਦੇ ਵਿੱਚ ਇੱਕ ਮੇਖ ਗੱਡਣ ਦੇ ਲਈ ਕਿਹਾ। ਸ਼ੁਰੂਆਤ ਵਿੱਚ ਤਾਂ ਲੜਕੇ ਨੇ ਬਹੁਤ ਸਾਰੀਆਂ ਮੇਖਾਂ ਗੱਡੀਆਂ ਤੇ ਹੌਲੀ ਹੌਲੀ ਲੜਕੇ ਦਾ ਗੁੱਸਾ ਘਟ ਗਿਆ। ਉਸਨੇ ਮੇਖਾਂ ਗੱਡਣੀਆਂ ਵੀ ਘਟਾ ਦਿੱਤੀਆਂ, ਜਿਸ ਦੇ ਬਾਅਦ ਉਸਦੇ ਪਿਤਾ ਨੇ ਕਿਹਾ ਕਿ ਹੁਣ ਉਹ ਉਹਨਾਂ ਮੇਖਾਂ ਨੂੰ ਬਾਹਰ ਕੱਢੇ। ਤਾਂ ਉਹਨਾਂ ਮੇਖਾਂ ਨੂੰ ਬਾਹਰ ਕੱਢਣ ਤੋਂ ਬਾਅਦ ਉਸ ਲੜਕੇ ਦੇ ਪਿਤਾ ਨੇ
ਉਸ ਨੂੰ ਉਸ ਲੱਕੜ ਨੂੰ ਦਿਖਾਉਂਦੇ ਹੋਏ ਸਮਝਾਇਆ ਕਿ ਬੇਟਾ, ਗੁੱਸੇ ਵਿੱਚ ਕਹੀ ਗਈ ਗੱਲ ਇਹਨਾਂ ਮੇਖਾਂ ਦੇ ਛੇਕਾਂ ਦੀ ਤਰ੍ਹਾਂ ਹੁੰਦੀ ਹੈ ਜੋ ਲੋਕਾਂ ਦੇ ਦਿਲਾਂ ਉੱਤੇ ਪੈ ਜਾਂਦੇ ਹਨ, ਜੋ ਕਦੇ ਵੀ ਫਿਰ ਭਰ ਨਹੀਂ ਪਾਉਂਦੇ। ਇਸ ਲਈ ਕਦੇ ਵੀ ਗੁੱਸੇ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਵੋ। ਗੁੱਸੇ ਵਿੱਚ ਕਹੀ ਗਈ ਗੱਲ ਨੂੰ ਤੁਸੀਂ ਕਦੇ ਵੀ ਵਾਪਸ ਨਹੀਂ ਲੈ ਸਕਦੇ, ਕਿਉਂਕਿ ਇਹ ਇਨਸਾਨ ਦੇ ਦਿਲ ਉੱਤੇ ਲੱਗ ਜਾਂਦੀ ਹੈ। ਇਸ ਲਈ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਸਿੱਖੋ। ਅਗਲੀ ਕਹਾਣੀ। 4 ਦੋਸਤ ਜੋ ਇਕੱਠੇ ਹੀ ਇੱਕ ਸਕੂਲ ਦੇ ਵਿੱਚ ਇੱਕ ਹੀ ਕਲਾਸ ਦੇ ਵਿੱਚ ਪੜ੍ਹਦੇ ਸੀ। ਇੱਕ ਰਾਤ ਪਾਰਟੀ ਕਰਨ ਤੋਂ ਬਾਅਦ ਉਹ ਦੂਜੇ ਦਿਨ ਸਕੂਲ ਵਿੱਚ ਗੰਦੇ ਕੱਪੜੇ ਪਾ ਕੇ ਚਲੇ ਗਏ ਤੇ ਆਪਣੇ ਟੀਚਰ ਨੂੰ ਦੱਸਣ ਲੱਗੇ ਕਿ ਉਹ ਕੱਲ੍ਹ ਰਾਤ ਕਿਸੇ ਵਿਆਹ ਤੇ ਚਲੇ ਗਏ ਸੀ, ਜਿੱਥੋਂ ਵਾਪਸ ਆਉਂਦੇ ਸਮੇਂ ਉਹਨਾਂ ਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ ਤੇ ਉਹਨਾਂ ਦੇ ਕੋਲ ਟਾਇਰ ਚੇਂਜ ਕਰਨ ਦੇ ਲਈ ਜੈਕ ਨਹੀਂ ਸੀ। ਇਸ ਲਈ ਉਹਨਾਂ ਨੇ ਬਹੁਤ ਔਖੇ ਹੋ ਕੇ ਟਾਇਰ ਚੇਂਜ ਕੀਤਾ ਤੇ ਉਹਨਾਂ ਦਾ ਬਹੁਤ ਸਮਾਂ ਇਸੇ ਤਰ੍ਹਾਂ ਹੀ ਖਰਾਬ ਹੋ ਗਿਆ। ਇਸ ਲਈ ਉਹ ਟੈਸਟ ਦਾ ਕੁਝ ਵੀ ਪੜ੍ਹ ਨਹੀਂ ਪਾਏ। ਟੀਚਰ ਨੇ ਬੱਚਿਆਂ ਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਨੂੰ 2 ਦਿਨ ਬਾਅਦ ਟੈਸਟ ਦੇਣ ਦੇ ਲਈ ਕਿਹਾ। ਟੈਸਟ ਵਾਲੇ ਦਿਨ ਟੀਚਰ ਨੇ ਬੱਚਿਆਂ ਨੂੰ 4 ਅਲੱਗ-ਅਲੱਗ ਕਮਰਿਆਂ ਵਿੱਚ ਬਿਠਾ ਦਿੱਤਾ। ਅਲੱਗ-ਅਲੱਗ ਕਮਰਿਆਂ ਵਿੱਚ ਬੈਠਣ ਦੇ ਬਾਵਜੂਦ ਵੀ ਬੱਚੇ ਪੂਰੀ ਤਰ੍ਹਾਂ ਕੌਨਫੀਡੈਂਟ ਸੀ, ਕਿਉਂਕਿ ਉਹਨਾਂ ਨੇ ਟੈਸਟ ਦੇ ਲਈ ਬਹੁਤ ਪੜ੍ਹਾਈ ਕੀਤੀ ਸੀ। ਪਰ ਕੁਐਸਚਨ ਪੇਪਰ ਦੇਖ ਕੇ ਚਾਰੇ ਬੱਚਿਆਂ ਦੇ ਹੋਸ਼ ਉੱਡ ਗਏ, ਕਿਉਂਕਿ ਕੁਐਸਚਨ ਪੇਪਰ ਦੇ ਵਿੱਚ ਸਿਰਫ ਇੱਕ ਹੀ ਸਵਾਲ ਸੀ ਕਿ ਗੱਡੀ ਦਾ ਕਿਹੜਾ ਟਾਇਰ ਪੈਂਚਰ ਹੋਇਆ ਸੀ। ਤਾਂ ਦੋਸਤੋ, ਇਸ ਕਹਾਣੀ ਤੋਂ ਸਾਨੂੰ 2 ਸਿੱਖਿਆਵਾਂ ਮਿਲਦੀਆਂ ਹਨ। ਪਹਿਲੀ, ਬਿਨਾਂ ਪ੍ਰੋਪਰ ਪਲੈਨਿੰਗ ਦੇ ਕੋਈ ਵੀ ਕੰਮ ਪੂਰੀ ਤਰ੍ਹਾਂ ਦੇ ਨਾਲ ਕਾਮਯਾਬ ਨਹੀਂ ਹੁੰਦਾ, ਤੇ ਦੂਜੀ, ਝੂਠ ਬੋਲਣ ਦੇ ਨਾਲ ਕਦੇ ਵੀ ਕਿਸੇ ਦਾ ਭਲਾ ਨਹੀਂ ਹੁੰਦਾ। ਜੇਕਰ ਉਹ ਸਟੂਡੈਂਟ ਸੱਚ ਦੱਸ ਦਿੰਦੇ ਤਾਂ ਉਹਨਾਂ ਨੂੰ ਇਹ ਪ੍ਰੋਬਲਮ ਫੇਸ ਹੀ ਨਹੀਂ ਕਰਨੀ ਪੈਣੀ ਸੀ। ਅਗਲੀ ਕਹਾਣੀ। ਇੱਕ ਆਦਮੀ ਨੂੰ ਆਪਣੀ ਬੁੱਧੀਮਾਨੀ ਉੱਤੇ ਬਹੁਤ ਮਾਣ ਸੀ। ਇੱਕ ਦਿਨ ਉਹ ਪਰਮਾਤਮਾ ਦੇ ਨਾਲ ਗੱਲ ਕਰਨ ਦੇ ਲਈ ਪਹਾੜ ਦੀ ਉੱਚੀ ਚੋਟੀ ਤੇ ਚੜ੍ਹ ਗਿਆ। ਉੱਥੇ ਚੜ੍ਹ ਕੇ ਉਸਨੇ ਪਰਮਾਤਮਾ ਤੋਂ ਪੁੱਛਿਆ ਕਿ ਤੁਹਾਡੇ ਲਈ ਕਰੋੜਾਂ ਸਾਲ ਕਿੰਨੇ ਸਾਲਾਂ ਦੇ ਬਰਾਬਰ ਹਨ? ਤਾਂ ਪਰਮਾਤਮਾ ਨੇ ਜਵਾਬ ਦਿੱਤਾ ਕਿ 1 ਮਿੰਟ ਦੇ ਬਰਾਬਰ ਹਨ। ਤਾਂ ਇਸ ਦੇ ਬਾਅਦ ਉਸ ਆਦਮੀ ਨੇ ਪੁੱਛਿਆ ਕਿ ਪਰਮਾਤਮਾ, ਤੁਹਾਡੇ ਲਈ ਕਰੋੜਾਂ ਰੁਪਏ ਕਿੰਨੇ ਰੁਪਈਆਂ ਦੇ ਬਰਾਬਰ ਹਨ? ਤਾਂ ਪਰਮਾਤਮਾ ਨੇ ਕਿਹਾ ਕਿ 1 ਰੁਪਏ ਦੇ ਬਰਾਬਰ ਹਨ। ਜਿਸ ਦੇ ਬਾਅਦ ਉਸ ਆਦਮੀ ਨੇ ਬੜੀ ਹੀ ਚਲਾਕੀ ਦੇ ਨਾਲ ਪਰਮਾਤਮਾ ਨੂੰ ਕਿਹਾ ਕਿ ਕੀ ਤੁਸੀਂ ਮੈਨੂੰ ਆਪਣਾ 1 ਰੁਪਈਆ ਦੇ ਸਕਦੇ ਹੋ? ਤਾਂ ਪਰਮਾਤਮਾ ਨੇ ਕਿਹਾ, ਹਾਂ ਬਿਲਕੁਲ ਦੇ ਸਕਦਾ ਹਾਂ, ਬਸ ਤੂੰ 1 ਮਿੰਟ ਰੁਕ। ਤਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਨੂੰ ਆਪਣੇ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ, ਖਾਸ ਕਰ ਉਸ ਨੂੰ ਜਿਸ ਨੇ ਤੁਹਾਨੂੰ ਇਸ ਕਾਬਲ ਬਣਾਇਆ ਹੈ, ਜਿਸ ਦੇ ਕਾਰਨ ਅੱਜ ਤੁਸੀਂ ਆਪਣੀ ਬੁੱਧੀਮਾਨ ਹੋਣ ਦਾ ਦਾਅਵਾ ਕਰ ਰਹੇ ਹੋ। ਅਗਲੀ ਕਹਾਣੀ। ਇੱਕ ਪਿੰਡ ਵਿੱਚ ਇੱਕ ਬੁੱਢੇ ਨੂੰ ਰੋਜ਼ਾਨਾ ਲੋਕ ਆ ਕੇ ਆਪਣੀਆਂ ਦੁੱਖ ਪਰੇਸ਼ਾਨੀਆਂ ਦਾ ਦੁੱਖੜਾ ਸੁਣਾਉਂਦੇ ਸੀ। ਤਾਂ ਇੱਕ ਦਿਨ ਉਸ ਬੁੱਢੇ ਆਦਮੀ ਨੇ ਉਹਨਾਂ ਸਭ ਲੋਕਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੱਕ ਜੋਕ ਸੁਣਾਇਆ। ਸਾਰੇ ਪਿੰਡ ਵਾਲੇ ਲੋਕ ਜੋਕ ਸੁਣ ਕੇ ਬਹੁਤ ਹੱਸੇ। ਤਾਂ ਬੁੱਢੇ ਆਦਮੀ ਨੇ ਫਿਰ ਤੋਂ ਉਹੀ ਜੋਕ ਸੁਣਾਇਆ। ਇਸ ਵਾਰ ਸਿਰਫ ਕੁਝ ਕੁ ਲੋਕ ਜੋਕ ਉੱਤੇ ਹੱਸੇ। ਬੁੱਢੇ ਆਦਮੀ ਨੇ ਫਿਰ ਤੋਂ ਉਹੀ ਜੋਕ ਸੁਣਾਇਆ। ਇਸ ਵਾਰ ਉਸ ਜੋਕ ਉੱਤੇ ਕੋਈ ਵੀ ਨਹੀਂ ਹੱਸਿਆ ਤੇ ਪਿੰਡ ਵਾਲੇ ਲੋਕ ਕਹਿਣ ਲੱਗੇ ਕਿ ਇੱਕ ਹੀ ਜੋਕ ਉੱਤੇ ਵਾਰ-ਵਾਰ ਕਿਵੇਂ ਹੱਸਿਆ ਜਾ ਸਕਦਾ ਹੈ, ਵਾਰ-ਵਾਰ ਉਸੇ ਜੋਕ ਉੱਤੇ ਹਾਸਾ ਹੀ ਨਹੀਂ ਆਉਂਦਾ। ਤਾਂ ਇਸ ਦੇ ਜਵਾਬ ਵਿੱਚ ਬੁੱਢੇ ਆਦਮੀ ਨੇ ਸਾਰੇ ਪਿੰਡ ਵਾਲਿਆਂ ਨੂੰ ਕਿਹਾ ਕਿ ਤੁਸੀਂ ਠੀਕ ਕਹਿ ਰਹੇ ਹੋ, ਪਰ ਫਿਰ ਤੁਸੀਂ ਇੱਕ ਹੀ ਪਰੇਸ਼ਾਨੀ ਦਾ ਦੁੱਖੜਾ ਰੋਜ਼-ਰੋਜ਼ ਕਿਉਂ ਰੋਂਦੇ ਹੋ? ਪਰੇਸ਼ਾਨੀਆਂ ਸਭ ਦੀ ਜ਼ਿੰਦਗੀ ਵਿੱਚ ਹੁੰਦੀਆਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਰੇਸ਼ਾਨੀਆਂ ਦਾ ਬਹਾਨਾ ਲੈ ਕੇ ਬੈਠ ਜਾਓ ਤੇ ਉਹਨਾਂ ਦਾ ਕੋਈ ਹੱਲ ਹੀ ਨਾ ਲੱਭੋ, ਤੇ ਜੋ ਆਦਮੀ ਤੁਹਾਨੂੰ ਮਿਲੇ ਉਸ ਦੇ ਅੱਗੇ ਤੁਸੀਂ ਹਮੇਸ਼ਾ ਉਸੇ ਹੀ ਪਰੇਸ਼ਾਨੀ ਦਾ ਦੁੱਖੜਾ ਰੋਂਦੇ ਰਹੋ। ਅਗਲੀ ਕਹਾਣੀ। ਇੱਕ ਵਾਰ ਇੱਕ ਜੰਗਲ ਵਿੱਚ ਇੱਕ ਹਾਥੀ ਆਪਣੇ ਝੁੰਡ ਦੇ ਵੱਲ ਜਾ ਰਿਹਾ ਸੀ। ਉਦੋਂ ਹੀ ਉਸ ਨੂੰ ਰਸਤੇ ਵਿੱਚ ਇੱਕ ਸੂਰ ਚਿੱਕੜ ਦੇ ਨਾਲ ਲੱਥਪੱਥ ਮਿਲਿਆ। ਹਾਥੀ ਸੂਰ ਨੂੰ ਦੇਖ ਕੇ ਪਿੱਛੇ ਹਟ ਗਿਆ ਤਾਂ ਕਿ ਸੂਰ ਪਹਿਲਾਂ ਨਿਕਲ ਸਕੇ। ਤਾਂ ਸੂਰ ਆਪਣੇ ਦੋਸਤਾਂ ਨੂੰ ਜਾ ਕੇ ਕਹਿਣ ਲੱਗਾ ਕਿ ਮੈਂ ਇੰਨਾ ਤਾਕਤਵਰ ਹਾਂ ਕਿ ਹਾਥੀ ਵੀ ਮੈਨੂੰ ਦੇਖ ਕੇ ਪਿੱਛੇ ਹਟ ਗਿਆ। ਇਹ ਗੱਲ ਸੁਣ ਕੇ ਜੰਗਲ ਦੇ ਸਾਰੇ ਜਾਨਵਰਾਂ ਨੇ ਹਾਥੀ ਨੂੰ ਪੁੱਛਿਆ ਕਿ ਇਹ ਗੱਲ ਸੱਚ ਹੈ ਕਿ ਤੂੰ ਸੂਰ ਦੇ ਕੋਲੋਂ ਡਰ ਗਿਆ? ਤਾਂ ਹਾਥੀ ਨੇ ਸਭ ਨੂੰ ਦੱਸਿਆ ਕਿ ਮੈਂ ਉਸ ਸੂਰ ਨੂੰ ਆਪਣੀ ਇੱਕ ਲੱਤ ਦੇ ਨਾਲ ਹੀ ਮਾਰ ਸਕਦਾ ਸੀ, ਪਰ ਉਹ ਸੂਰ ਪੂਰੀ ਤਰ੍ਹਾਂ ਚਿੱਕੜ ਦੇ ਨਾਲ ਲੱਥਪੱਥ ਸੀ। ਜੇਕਰ ਮੈਂ ਉਸ ਨੂੰ ਮਾਰਦਾ ਤਾਂ ਮੇਰੀ ਲੱਤ ਗੰਦੀ ਹੋ ਜਾਣੀ ਸੀ, ਇਸ ਲਈ ਮੈਂ ਖੁਦ ਨੂੰ ਗੰਦਗੀ ਤੋਂ ਬਚਾਉਣ ਦੇ ਲਈ ਪਿੱਛੇ ਹਟ ਗਿਆ ਸੀ। ਤਾਂ ਦੋਸਤੋ, ਤੁਹਾਨੂੰ ਵੀ ਕਦੇ-ਕਦੇ ਗਲਤ ਚੀਜ਼ਾਂ ਜਾਂ ਘਟੀਆ ਲੋਕਾਂ ਤੋਂ ਬਚਣ ਦੇ ਲਈ ਪਿੱਛੇ ਹਟਣਾ ਪੈਂਦਾ ਹੈ। ਅਗਲੀ ਕਹਾਣੀ। ਗਰਮੀ ਦੇ ਮੌਸਮ ਵਿੱਚ ਇੱਕ ਸ਼ੇਰ ਆਪਣੀ ਗੁਫਾ ਦੇ ਵਿੱਚੋਂ ਸ਼ਿਕਾਰ ਕਰਨ ਦੇ ਲਈ ਨਿਕਲਿਆ। ਬਹੁਤ ਦੇਰ ਬਾਅਦ ਉਸਨੇ ਇੱਕ ਖਰਗੋਸ਼ ਨੂੰ ਫੜਿਆ। ਤਾਂ ਉਦੋਂ ਹੀ ਸ਼ੇਰ ਦੀ ਨਿਗਾਹ ਇੱਕ ਹਿਰਨ ਤੇ ਪਈ। ਤਾਂ ਸ਼ੇਰ ਨੇ ਸੋਚਿਆ ਕਿ ਖਰਗੋਸ਼ ਦੇ ਨਾਲ ਤਾਂ ਮੇਰਾ ਢਿੱਡ ਵੈਸੇ ਵੀ ਨਹੀਂ ਭਰੇਗਾ, ਤਾਂ ਕਿਉਂ ਨਾ ਮੈਂ ਖਰਗੋਸ਼ ਨੂੰ ਛੱਡ ਕੇ ਇਸ ਹਿਰਨ ਨੂੰ ਫੜ ਲਵਾਂ। ਤਾਂ ਸ਼ੇਰ ਖਰਗੋਸ਼ ਨੂੰ ਛੱਡ ਕੇ ਹਿਰਨ ਦੇ ਪਿੱਛੇ ਦੌੜਿਆ, ਪਰ ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਸ਼ੇਰ ਹਿਰਨ ਨੂੰ ਫੜ ਨਹੀਂ ਪਾਇਆ ਤੇ ਹਿਰਨ ਭੱਜਦੇ-ਭੱਜਦੇ ਜੰਗਲ ਵਿੱਚ ਕਿਤੇ ਗਾਇਬ ਹੋ ਗਿਆ। ਸ਼ੇਰ ਦੇ ਲਾਲਚ ਦੇ ਕਾਰਨ ਉਸ ਨੂੰ ਨਾ ਤਾਂ ਹਿਰਨ ਮਿਲਿਆ ਤੇ ਨਾ ਹੀ ਖਰਗੋਸ਼ ਮਿਲਿਆ। ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਮੌਕੇ ਆਉਂਦੇ ਹਨ, ਸਾਨੂੰ ਵੀ ਬਹੁਤ ਸਾਰੇ ਮੌਕੇ ਮਿਲਦੇ ਹਨ, ਪਰ ਅਸੀਂ ਵੀ ਹਮੇਸ਼ਾ ਉਸ ਤੋਂ ਜ਼ਿਆਦਾ ਜਾਂ ਬਿਹਤਰ ਦੀ ਤਲਾਸ਼ ਵਿੱਚ ਉਸ ਮੌਕੇ ਨੂੰ ਗਵਾ ਦਿੰਦੇ ਹਾਂ। ਸਾਨੂੰ ਹਰ ਮੌਕੇ ਨੂੰ ਬਿਹਤਰੀਨ ਸਮਝਣਾ ਚਾਹੀਦਾ ਹੈ ਤੇ ਉਸ ਦਾ ਫਾਇਦਾ ਲੈਣਾ ਚਾਹੀਦਾ ਹੈ। ਅਗਲੀ ਕਹਾਣੀ। ਇੱਕ ਵਾਰ 2 ਦੋਸਤ ਆਰਾਮ ਤੇ ਸ਼ਾਮ ਰੇਗਿਸਤਾਨ ਵਿੱਚ ਚੱਲਦੇ ਜਾ ਰਹੇ ਸੀ। ਉਦੋਂ ਹੀ ਦੋਹਾਂ ਦੇ ਵਿੱਚ ਅਚਾਨਕ ਕਿਸੇ ਗੱਲ ਤੋਂ ਬਹਿਸ ਹੋਣ ਲੱਗੀ। ਤਾਂ ਅਚਾਨਕ ਆਰਾਮ ਨੇ ਸ਼ਾਮ ਦੇ ਥੱਪੜ ਮਾਰ ਦਿੱਤਾ। ਤਾਂ ਸ਼ਾਮ ਨੇ ਦੁਖੀ ਹੋ ਕੇ ਰੇਤ ਉੱਤੇ ਲਿਖਿਆ ਕਿ ਅੱਜ ਮੇਰੇ ਬੈਸਟ ਫਰੈਂਡ ਨੇ ਮੇਰੇ ਥੱਪੜ ਮਾਰਿਆ।
ਤੇ ਫਿਰ ਕੁਝ ਦੂਰ ਤੱਕ ਚੱਲਣ ਤੋਂ ਬਾਅਦ ਉਹਨਾਂ ਨੂੰ ਇੱਕ ਪਾਣੀ ਦਾ ਤਲਾਬ ਦਿਖਾਈ ਦਿੱਤਾ। ਪਾਣੀ ਪੀਣ ਦੇ ਲਈ ਉਹ ਤਲਾਬ ਦੇ ਕੋਲ ਗਏ। ਤਲਾਬ ਦੇ ਕੋਲ ਬਹੁਤ ਫਿਸਲਣ ਸੀ, ਜਿਸ ਦੇ ਕਾਰਨ ਸ਼ਾਮ ਫਿਸਲ ਕੇ ਤਲਾਬ ਦੇ ਵਿੱਚ ਜਾ ਗਿਰਿਆ। ਰਾਮ ਨੇ ਸ਼ਾਮ ਨੂੰ ਤੁਰੰਤ ਤਲਾਬ ਦੇ ਵਿੱਚ ਡੁੱਬਣ ਤੋਂ ਬਚਾ ਲਿਆ। ਤਾਂ ਸ਼ਾਮ ਨੇ ਇਸ ਵਾਰ ਇੱਕ ਪੱਥਰ ਉੱਤੇ ਲਿਖਿਆ ਕਿ ਅੱਜ ਮੇਰੇ ਬੈਸਟ ਫਰੈਂਡ ਨੇ ਮੇਰੀ ਜਾਨ ਬਚਾਈ। ਰਾਮ ਨੇ ਸ਼ਾਮ ਨੂੰ ਪੁੱਛਿਆ ਕਿ ਮੈਂ ਜਦੋਂ ਤੈਨੂੰ ਥੱਪੜ ਮਾਰਿਆ ਸੀ ਤਾਂ ਤੂੰ ਰੇਤ ਉੱਤੇ ਲਿਖਿਆ ਸੀ, ਪਰ ਜਦੋਂ ਮੈਂ ਤੇਰੀ ਜਾਨ ਬਚਾਈ ਤਾਂ ਤੂੰ ਇਸ ਗੱਲ ਨੂੰ ਪੱਥਰ ਉੱਤੇ ਕਿਉਂ ਲਿਖਿਆ? ਤਾਂ ਸ਼ਾਮ ਨੇ ਰਾਮ ਨੂੰ ਜਵਾਬ ਵਿੱਚ ਕਿਹਾ ਕਿ ਜਦੋਂ ਸਾਨੂੰ ਕੋਈ ਚੋਟ ਪਹੁੰਚਾਉਂਦਾ ਹੈ ਜਾਂ ਦੁੱਖ ਦਿੰਦਾ ਹੈ ਤਾਂ ਉਸ ਨੂੰ ਹਮੇਸ਼ਾ ਰੇਤ ਉੱਤੇ ਲਿਖਣਾ ਚਾਹੀਦਾ ਹੈ, ਤਾਂ ਕਿ ਮਾਫੀ ਦੀ ਹਵਾ ਉਸ ਗਲਤੀ ਨੂੰ ਹਮੇਸ਼ਾ ਦੇ ਲਈ ਮਿਟਾ ਸਕੇ। ਤੇ ਜਦੋਂ ਕੋਈ ਤੁਹਾਡੇ ਨਾਲ ਚੰਗਾ ਕਰਦਾ ਹੈ ਤਾਂ ਉਸ ਨੂੰ ਹਮੇਸ਼ਾ ਇਸ ਤਰ੍ਹਾਂ ਪੱਥਰ ਉੱਤੇ ਲਿਖਣਾ ਚਾਹੀਦਾ ਹੈ, ਜਿਸ ਲਿਖਤ ਨੂੰ ਕੋਈ ਵੀ ਗਲਤੀ ਦੀ ਹਵਾ ਦਾ ਝੋਕਾ ਮਿਟਾ ਨਾ ਸਕੇ। ਤਾਂ ਦੋਸਤੋ, ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੀਆਂ ਪੋਜ਼ਿਟਿਵ ਚੀਜ਼ਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ। ਜੋ ਸਾਡੀ ਕੇਅਰ ਕਰਦੇ ਹਨ ਉਹੀ ਸਾਡੇ ਨਾਲ ਨਾਰਾਜ਼ ਹੁੰਦੇ ਹਨ, ਉਹੀ ਸਾਡੇ ਨਾਲ ਗੁੱਸੇ ਹੁੰਦੇ ਹਨ, ਪਰ ਮੁਸੀਬਤ ਦੇ ਵਕਤ ਉਹੀ ਸਾਡੇ ਨਾਲ ਸਭ ਤੋਂ ਅੱਗੇ ਖੜੇ ਹੁੰਦੇ ਹਨ। ਇਸ ਲਈ ਦੋਸਤੋ, ਆਪਣੇ ਆਸੇ-ਪਾਸੇ ਦੇ ਲੋਕਾਂ ਦੀਆਂ ਪੋਜ਼ਿਟਿਵਿਟੀਆਂ ਉੱਤੇ ਹਮੇਸ਼ਾ ਧਿਆਨ ਦੇਵੋ, ਹਮੇਸ਼ਾ ਫੋਕਸ ਕਰੋ। ਸੋ ਦੋਸਤੋ, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ, ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।